ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਬੱਗੈ ਕਾਤੀ। ਪ੍ਰਣਬਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸੁਰ ਸਿਰ ਸਾਹਾਂ ਤੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਪਾਰ ਬ੍ਰਹਮ ਸਭ ਊਚ ਬਿਰਾਜੇ, ਆਪੇ ਥਾਪ ਉਥਾਪੇ ਸਾਜੇ। ਪਾਰ ਬ੍ਰਹਮ ਸਭ ਊਚ ਬਿਰਾਜੇ, ਆਪੇ ਥਾਪ ਉਥਾਪੇ ਸਾਜੇ। ਪ੍ਰਭ ਕੀ ਸਰਣ ਗਹਿਤ ਸੁਖ ਪਾਈਐ,
किछ भौ न व्यापै बालका। गर्भ अगन मह जिन्हैं उबारिया। रकत किरम मह नहीं संघारिया। अपना सिमरन दे प्रतिपालिया। ओह सगल घटा का मालका। चरण कमल सरनाई आया। साध संग है हर जस गाया। जन्म मरण सब दुख निवारे। जप हर हर भो नहीं काल का। समरथ अकथ अगोचर देवा। जी जंत सब तां की सेवा। अंडज जेरज सेतज उत्भुज। बहु प्रकारी पालका। तिसह प्राप्त होए निधाना। राम नाम रस अंतर माना। कर गह लीने अंधकूप ते। विरले केई साल का। तिसह प्राप्त होए निधाना। राम नाम रस अंतर माना। कर गह लीने अंधकूप ते। विरले केई साल का। वाहिगुरु जी का खालसा वाहिगुरु जी की फतेह। परम सन्मानयोग जुग हो जुग अटल। चवर छतर तख्त मालक। बाणी के बोहिथ जाहरा जहूर हाजरा हजूर। सर्व कला समरथ धन धन साहिब। श्री गुरु ग्रंथ साहिब सच्चे सतगुरु जी की पावन पवित्र निੱਘੀ गोद अंदर जुड़ बैठे गुरु रूप गुरु सवारे खालसा साध संगत जीओ। आप जी वडभागे हो जो दशमेश पिता गुरु कलगीधर सतगुरु अमृत के दाते सर्वंस दानी बादशाह दरवेश गुरु गोबिंद सिंह। हक हक अंदेश गुरु गोबिंद सिंह। शाहे शहनशाह धन धन साहिब श्री गुरु गोबिंद सिंह महाराज जी की चरण छो धरती। महान पवित्र स्थान गुरुद्वारा मंजी साहिब आलमगीर विखे ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ श्री आसा जी की वार दे कीर्तन श्रवण कीते हैं। सुआओ गुरु सवारियो समा है
ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਪਾਰ ਬ੍ਰਹਮ ਸਭ ਊਚ ਬਿਰਾਜੇ, ਆਪੇ ਥਾਪ ਉਥਾਪੇ ਸਾਜੇ। ਮਾਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਮਾਰੂ ਸੋਲ੍ਹੇ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਇਹ 13ਵਾਂ ਸ਼ਬਦ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅੰਕ 1084 ਤੋਂ ਆਰੰਭ ਹੁੰਦਾ ਹੈ ਤੇ 1085 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਗੁਰਦੇਵ ਪਿਤਾ ਜੀ ਇਹ ਦੱਸ ਰਹੇ ਨੇ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸਭ ਤੋਂ ਵੱਡਾ ਹੈ। ਉਸ ਮਾਲਕ ਦੀ ਬਰੋਬਰਤਾ ਕੋਈ ਨਹੀਂ ਕਰ ਸਕਦਾ ਤੇ ਉਹ ਵਾਹਿਗੁਰੂ ਹੀ ਜੀਵਾਂ ਨੂੰ ਪੈਦਾ ਕਰਦਾ, ਫਿਰ ਜੀਵਾਂ ਦੀ ਸੰਭਾਲ ਕਰਦਾ, ਫਿਰ ਜੀਵਾਂ ਦੀ ਲੈਤਾ ਵੀ ਆਪ ਹੀ ਕਰਦਾ ਹੈ, ਭਾਵ ਜੀਵਾਂ ਦਾ ਸੰਘਾਰ ਵੀ ਆਪ ਹੀ ਕਰਦਾ ਹੈ। ਆਪ ਹੀ ਸਾਰੇ ਕਾਰਜ ਕਰਨ ਵਾਲਾ ਹੈ, ਉਹ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਰਮਤਾ ਵਿੱਚ ਬਚਨ ਕਰਦੇ ਹਨ, ਕਹਿੰਦੇ ਪਾਰ ਬ੍ਰਹਮ ਜਿਹੜਾ ਪਾਰਾਵਾਰ ਤੋਂ ਰਹਿਤ ਹੋਵੇ, ਜਿਹਦਾ ਕੋਈ ਹੱਦ ਬੰਨਾ ਨਾ ਹੋਵੇ। ਉਹ ਕਿੱਥੇ ਰਹਿੰਦਾ ਹੈ? ਕਹਿੰਦੇ ਸਭ ਊਚ ਬਿਰਾਜੇ, ਸਭ ਤੋਂ ਉੱਚੀ ਆਤਮ ਅਵਸਥਾ ਵਿੱਚ ਉਹ ਬਿਰਾਜਮਾਨ ਹੈ। ਕਿਉਂਕਿ ਮਨੁੱਖ ਦੀ ਜਦੋਂ ਪਰਮਾਤਮਾ ਦਾ ਜੀਵ ਸਿਮਰਨ ਕਰਦਾ ਨਾ, ਬੰਦਗੀ ਕਰਦਿਆਂ ਹੋਇਆਂ ਜੀਵ ਨੂੰ ਫਿਰ ਅਵਸਥਾਵਾਂ ਪ੍ਰਾਪਤ ਹੁੰਦੀਆਂ ਨੇ। ਸ਼ਬਦ ਸੁਰਤੀ ਦਾ ਸਮੇਲ ਹੁੰਦਾ ਹੈ ਤੇ ਜਦੋਂ ਆਤਮਿਕ ਤੌਰ ਤੇ ਜੀਵ ਬਲਵਾਨ ਹੋ ਜਾਂਦਾ ਤੇ ਕਈ ਵਾਰੀ ਜੀਵਾਂ ਦੇ ਉੱਤੇ ਐਸੀ ਵੱਡੀ ਬਖਸ਼ਿਸ਼ ਹੁੰਦੀ ਹੈ ਮਾਲਕ ਦੀ, ਤੇ ਇੱਕ ਦੂਜੇ ਦੇ ਉਹ ਮਨ ਦੀ ਗੱਲ ਨੂੰ ਬੁੱਝ ਲੈਂਦੇ ਨੇ। ਇਹ ਕਿੱਥੋਂ ਪ੍ਰਾਪਤ ਹੋਇਆ? ਸਭ ਕੁਝ ਸਿਮਰਨ ਦੀ ਤਾਕਤ ਨਾਲ, ਬਾਣੀ ਪੜ੍ਹਨ ਦੇ ਨਾਲ। ਪਰ ਜਿਹੜਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਹੈ, ਉਹ ਐਡੀ ਵੱਡੀ ਆਤਮਾ ਦਾ ਮਾਲਕ ਹੈ। ਉਹਦੀ ਜਿਹੜੀ ਆਤਮਿਕ ਤੌਰ 'ਤੇ ਅਵਸਥਾ ਐਡੀ ਵੱਡੀ ਹੈ ਕਿ ਉਹ ਸਾਰੇ ਜਹਾਨ ਦੇ ਦਿਲਾਂ ਦੀ ਜਾਣਦਾ ਹੈ। ਕਿਉਂਕਿ ਇੱਕ ਸਿਮਰਨ ਅਭਿਆਸੀ ਇੱਕ ਬੰਦੇ ਦਾ, 2 ਦਾ, 4 ਦਾ, 10 ਦਾ ਜਾਣ ਸਕਦਾ ਮਨ ਵਿੱਚ ਕੀ ਚੱਲਦਾ ਹੈ, ਪਰ ਪਰਮਾਤਮਾ ਸਾਡੇ ਦਿਲਾਂ ਦੀ ਜਾਣਦਾ ਕਿ ਸਾਡੇ ਦਿਲਾਂ ਵਿੱਚ ਕੀ ਵਰਤ ਰਿਹਾ ਹੈ। ਜੀਵ ਸੋਚਦਾ ਬਾਹਰੋਂ ਕੀ ਹੈ ਤੇ ਅੰਦਰੋਂ ਕੀ ਹੈ। ਇਸ ਕਰਕੇ ਉਹ ਪਰਮਾਤਮਾ ਉੱਚ ਬਿਰਾਜੇ, ਉੱਚੀ ਅਵਸਥਾ ਵਿੱਚ ਬਿਰਾਜਿਆ ਹੋਇਆ ਆਤਮ ਅਵਸਥਾ ਵਿੱਚ। ਤੇ ਕਰਦਾ ਕੀ ਹੈ? ਜਿਵੇਂ ਮਨੁੱਖ ਸੰਸਾਰ ਵਿੱਚ ਜਨਮ ਲੈਂਦਾ ਜੀਵ, ਆਪਾਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਦੇ ਲਈ, ਆਪਣੀ ਪੇਟ ਦੀ ਪੂਰਤੀ ਦੇ ਲਈ 10 ਨੋਹਾਂ ਦੀ ਕਿਰਤ ਕਰਦੇ ਹਾਂ, ਕਾਰ ਵਿਹਾਰ ਕਰਦੇ ਹਾਂ। ਕੋਈ ਦੁਕਾਨਦਾਰੀ ਕਰਦਾ, ਕੋਈ ਚਾਕਰੀ ਕਰਦਾ ਹੈ, ਨੌਕਰੀ ਚਾਕਰੀ, ਕੋਈ ਵਪਾਰ ਕਰਦਾ ਹੈ, ਕੋਈ ਕਿਸ ਤਰ੍ਹਾਂ ਕੋਈ ਖੇਤੀਬਾੜੀ ਕਰ ਰਿਹਾ ਹੈ।
ਹਰ ਇੱਕ ਮਨੁੱਖ ਨੂੰ ਮਾਲਕ ਨੇ ਕਿੱਤਾ ਦੇਣਾ ਕੀਤਾ, ਕੋਈ ਮਿਹਨਤ ਮਜ਼ਦੂਰੀ ਕਰਦਾ ਹੈ ਤਾਂ ਸਾਰੇ ਆਹਰ ਕਰ ਰਹੇ ਨੇ। ਤੇ ਵਾਹਿਗੁਰੂ ਕੀ ਕਰਦਾ? ਜਿਹੜਾ ਅਕਾਲ ਪੁਰਖ ਹੈ, ਪਾਰ ਬ੍ਰਹਮ ਹੈ, ਉਹ ਕੀ ਕਰਦਾ ਹੈ? ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਆਪੇ ਥਾਪ, ਉਹ ਆਪ ਜੀਵਾਂ ਨੂੰ ਥਾਪਦਾ, ਪੈਦਾ ਕਰਦਾ ਹੈ। ਫਿਰ ਥਾਪ ਉਥਾਪੇ ਸਾਜੇ, ਕਹਿੰਦੇ ਫਿਰ ਆਪ ਹੀ ਪੈਦਾ ਕਰਕੇ ਆਪ ਹੀ ਪਰਮੇਸ਼ਰ ਵਾਹਿਗੁਰੂ ਫਿਰ ਜੀਵਾਂ ਦਾ ਸੰਘਾਰ ਕਰ ਦਿੰਦਾ। ਫਿਰ ਸਾਜਣਾ ਵੀ ਆਪ ਕਰਦਾ, ਭਾਵ ਪਾਲਣਾ ਪੋਸ਼ਣਾ ਤੋਂ ਲੈ ਕੇ ਮਰਨ ਤੱਕ, ਜਨਮ ਤੋਂ ਲੈ ਕੇ ਮਰਨ ਤੱਕ ਪਰਮਾਤਮਾ ਹਰ ਪ੍ਰਕਾਰ ਦੀ ਜੀਵ ਦੀ ਸਹਾਇਤਾ ਕਰਦਾ ਏ। ਉਹ ਵੱਖਰੀ ਗੱਲ ਹੈ, ਕਈ ਵਾਰੀ ਜੀਵ ਨੂੰ ਦੁੱਖ ਆਉਂਦੇ ਨੇ ਤੇ ਦੁੱਖ ਵੇਲੇ ਆਪਾਂ ਰੱਬ ਨੂੰ ਉਲਾਂਭੇ ਦੇਣ ਲੱਗ ਪੈਂਦੇ ਨੇ ਕਿ ਪਰਮਾਤਮਾ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਇੱਕ ਮਾਤਾ ਪਿਤਾ ਆਪਣੇ ਬੱਚਿਆਂ ਦਾ ਕਦੇ ਵੀ ਬੁਰਾ ਨਹੀਂ ਸੋਚਦਾ। ਬੱਚੇ ਬੇਸ਼ੱਕ ਨਲਾਇਕ ਹੋਣ, ਬੱਚੇ ਆਗਿਆਕਾਰੀ ਹੋਣ, ਤੇ ਮਾਂ-ਬਾਪ ਦੇ ਮਨ 'ਚੋਂ ਇਹੀ ਅਸੀਸ ਨਿਕਲਦੀ ਹੈ ਕਿ ਸਾਡਾ ਬੱਚਾ ਸੁਧਰ ਜਾਵੇ। ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚਿਆਂ ਦਾ ਕਦੇ ਬੁਰਾ ਨਹੀਂ ਸੋਚ ਸਕਦਾ, ਇਸੇ ਤਰ੍ਹਾਂ ਜਿਹੜਾ ਪਰਮਾਤਮਾ ਵਾਹਿਗੁਰੂ ਹੈ ਉਹ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ। ਹਾਂ, ਜਿਹੜੇ ਦੁੱਖ ਨੇ ਸੁੱਖ ਨੇ ਇਹ ਸਾਡੇ ਆਪਣੇ ਨੇ। ਕਰਮਾਂ ਸੰਧੜਾ ਖੇਤ ਹੈ ਜੀਵ ਦਾ ਸਰੀਰ, ਨੁੱਖਾ ਦੇਹੀ। ਜਿਹੋ ਜਿਹੇ ਆਪਾਂ ਕਰਮ ਕੀਤੇ ਉਹਦੇ ਮੁਤਾਬਕ ਆਪਾਂ ਫਲ ਭੋਗ ਰਹੇ ਹਾਂ। ਤੇ ਸਾਜਣ ਵਾਲਾ ਆਪ, ਪੈਦਾ ਕਰਨ ਵਾਲਾ ਆਪ, ਤੇ ਫਿਰ ਲੈਦਾ ਕਰਨ ਵਾਲਾ ਵਾਹਿਗੁਰੂ ਆਪ ਹੈ। ਇਹ ਕਾਰਜ ਕਹਿੰਦੇ ਪਰਮਾਤਮਾ ਵਾਹਿਗੁਰੂ ਆਪ ਕਰ ਰਿਹਾ ਹੈ। ਤੇ ਐਸੇ ਮਾਲਕ ਪ੍ਰਭੂ ਦੀ ਕਹਿੰਦੇ ਭਾਈ ਸ਼ਰਨ ਤੱਕਣਾ ਕਰ। ਤੇ ਸਤਿਗੁਰੂ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਪ੍ਰਭ ਕੀ ਸ਼ਰਨ ਗਹਿਤ ਸੁਖ ਪਾਈਐ, ਕਿਛ ਭਉ ਨਾ ਵਿਆਪੈ ਬਾਲਕਾ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਨੇ ਪ੍ਰਭ ਕੀ ਸ਼ਰਨ ਗਹਿਤ, ਗਹਿਤ ਦਾ ਅਰਥ ਪਕੜਨਾ, ਕਿ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੀ ਸ਼ਰਨ ਓਟ ਤੱਕ ਲੈ, ਪ੍ਰਭੂ ਦੇ ਚਰਨ ਪਕੜਨਾ ਕਰ। ਕਿਉਂਕਿ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਹੀ, ਸ਼ਰਨ ਵਿੱਚ ਪੈਣ ਦੇ ਨਾਲ ਹੀ ਸਾਰੇ ਸੁੱਖ ਤੈਨੂੰ ਪ੍ਰਾਪਤ ਹੋ ਸਕਦੇ ਹਨ। ਮਾਲਕ ਹੀ ਹੈ ਜਿਹੜਾ ਸੁੱਖ ਦੇਣ ਵਾਲਾ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਵੇ, ਕਿਛ ਭਉ ਨਾ ਵਿਆਪੈ ਬਾਲਕਾ, ਉਹਨੂੰ ਕਿਸੇ ਪ੍ਰਕਾਰ ਦਾ ਫਿਰ ਡਰ ਨਹੀਂ ਰਹਿੰਦਾ ਹੈ। ਸਾਰੇ ਡਰ ਉਹਦੇ ਖਤਮ ਹੋ ਜਾਂਦੇ ਹਨ। ਕਿਉਂਕਿ ਜਿਹਨੇ ਮਾਲਕ ਦੀ ਸ਼ਰਨ ਤੱਕ ਲਈ, ਫਿਰ ਦੁਨੀਆ ਦੇ ਲੋਕਾਂ ਦੀ ਉਹ ਪਰਵਾਹ ਨਹੀਂ ਕਰਦਾ। ਤੇ ਗੁਰੂ ਪਾਤਸ਼ਾਹ ਕਹਿੰਦੇ ਵਾਰ-ਵਾਰ ਸਾਨੂੰ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਮਾਲਕ ਪ੍ਰਭੂ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ ਬਾਰ-ਬਾਰ, ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰ ਤਾਰੋ, ਭੁਜਾ ਗਹਿ ਕੂਪ ਤੇ ਕਾਢ ਲੇਵੋ। ਕਹਿੰਦੇ ਹੇ ਪ੍ਰਮਾਤਮਾ, ਅਸੀਂ ਜਿਹੜਾ ਵਿਸ਼ੇ ਵਿਕਾਰਾਂ ਰੂਪੀ ਡੂੰਘਾ ਖੂਹ ਹੈ, ਉਸ ਡੂੰਘੇ ਖੂਹ ਦੇ ਵਿੱਚ ਡੁੱਬਦੇ ਜਾ ਰਹੇ ਹਾਂ, ਗੋਤੇ ਖਾ ਰਹੇ ਹਾਂ। ਪਰ ਆਪ ਜੀ ਦੀ ਅਸੀਂ ਸ਼ਰਨ ਤੱਕਣਾ ਕੀਤੇ, ਚਰਨ ਸ਼ਰਨ ਵਿੱਚ ਆਏ ਹਾਂ। ਆਪਣਾ ਦਾਸ ਜਾਣ ਕੇ, ਸੇਵਕ ਜਾਣ ਕੇ ਸਾਨੂੰ ਆਪਣੇ ਨਾਮ ਦੀ ਦਾਤ ਦੇਣਾ ਕਰੋ। ਸਾਡੇ ਉੱਤੇ ਮਿਹਰ ਭਰੀ ਨਿਗਾਹ ਤੱਕਣਾ ਕਰੋ, ਕਿਰਪਾ ਕਰਕੇ ਸਾਨੂੰ ਤਾਰਨਾ ਕਰੋ। ਤੇ ਭੁਜਾ ਤੋਂ, ਬਾਂਹ ਤੋਂ ਪਕੜ ਕੇ ਸਾਨੂੰ ਖੂਹ ਵਿੱਚੋਂ, ਵਿਕਾਰਾਂ ਰੂਪੀ ਖੂਹ ਵਿੱਚੋਂ ਬਾਹਰ ਕੱਢਣਾ ਕਰੋ। ਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਤੂੰ ਬਾਰ-ਬਾਰ ਮਾਲਕ ਦੇ ਚਰਨਾਂ 'ਚ ਬੇਨਤੀ ਕਰ। ਜਦੋਂ ਮਾਲਕ ਦੇ ਚਰਨਾਂ ਵਿੱਚ ਤੂੰ ਬੇਨਤੀ ਕਰੇਗਾ ਤੇ ਮਾਲਕ ਵਾਹਿਗੁਰੂ ਨੇ ਆਪ ਹੀ ਤੇਰੀ ਰੱਖਿਆ ਕਰਨੀ ਹੈ। ਕਿਉਂਕਿ ਉਹਦਾ ਮੁੱਢ ਕਦੀਮਾ ਤੋਂ ਬਿਰਧ ਹੈ। ਰੱਖੇ ਰੱਖਣ ਹਾਰ ਆਪ ਉਬਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ, ਹੋਆ ਆਪ ਦਿਆਲ ਮਨਹੁ ਨਾ ਵਿਸਾਰਿਆਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ। ਤੇ ਅਗਲਾ ਬਚਨ ਪਾਤਸ਼ਾਹ ਕਹਿੰਦੇ ਨੇ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ,
तिस साहिब की टेक, नानक मनै माहे, जिस सिमरत सुख होए सगले दुख जा। ਜਿਹਦਾ ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਚਲੇ ਜਾਂਦੇ ਨੇ। ਕਹਿੰਦੇ ਐ ਜੀਵ ਐਸੇ ਮਾਲਕ ਦੀ ਟੇਕ ਓਟ ਆਪਣੇ ਮਨ ਵਿੱਚ ਰੱਖਣਾ ਕਰ। ਉਹ ਮਾਲਕ ਪ੍ਰਭੂ ਹੀ ਐਡਾ ਵੱਡਾ ਡਾਢਾ ਹੈ, ਸਮਰੱਥ ਹੈ, ਜਿਹੜਾ ਹਰ ਮੋੜ 'ਤੇ ਤੇਰੀ ਸਹਾਇਤਾ ਕਰਨ ਵਾਲਾ ਹੈ। ਬਸ ਲੋੜ ਹੈ ਉਸ ਪ੍ਰਭੂ ਉੱਤੇ ਵਿਸ਼ਵਾਸ ਕਰਨ ਦੀ, ਭਰੋਸਾ ਕਰਨ ਦੀ। ਜਿੱਦਣ ਸਾਡਾ ਇਹ ਵਿਸ਼ਵਾਸ ਵੱਧ ਗਿਆ, ਭਰੋਸਾ ਵੱਧ ਗਿਆ ਮਾਲਕ ਉੱਤੇ, ਫਿਰ ਗੁਰੂ ਸਵਾਰੇ ਤਾਤੀ ਵਾਹ ਨਾ ਲੱਗਈ। ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਤੇ ਪਰਮਾਤਮਾ ਇਸ ਤਰੀਕੇ ਨਾਲ ਸਹਾਇਤਾ ਕਰਦਾ ਹੈ। ਆਪਣੇ ਪਿਆਰੇ ਨੂੰ ਤੱਤੀ ਬਾਹ ਨਹੀਂ ਲੱਗਣ ਦਿੰਦਾ ਜਿਹੜੇ ਉਸ ਮਾਲਕ ਉੱਤੇ ਭਰੋਸਾ ਰੱਖਦੇ ਹਨ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਪ੍ਰਭ ਕੀ ਸ਼ਰਨ ਗਹਿ ਸੁਖ ਪਾਈਐ, ਕਿਛ ਭਉ ਨਾ ਵਿਆਪੈ ਵਾਲਕਾ। ਕਹਿੰਦੇ ਭਾਈ ਫਿਰ ਕਿਸੇ ਪ੍ਰਕਾਰ ਦਾ ਡਰ ਨਹੀਂ ਵਿਆਪੇਗਾ ਜੇ ਤੁਸੀਂ ਉਸ ਮਾਲਕ ਉੱਤੇ ਭਰੋਸਾ ਰੱਖੋਗੇ, ਮਾਲਕ ਦੀ ਸ਼ਰਨ ਤੱਕ ਲਈ। ਇਹ ਨਹੀਂ ਕਿ ਇੱਕ ਪਾਸੇ ਆਪਾਂ ਪਰਮੇਸ਼ਰ ਦਾ ਓਟ ਆਸਰਾ ਤੱਕਦੇ ਹਾਂ, ਦੂਜੇ ਪਾਸੇ ਆਪਾਂ ਥਾਵਾਂ ਥਾਵਾਂ 'ਤੇ ਜਾ ਕੇ ਸੀਸ ਝੁਕਾਉਂਦੇ ਫਿਰੀਏ, ਫਿਰ ਵੀ ਗੱਲ ਨਹੀਂ ਬਣਨੀ ਹੈ। ਇੱਕ ਦੇ ਬਣ ਕੇ ਰਹੀਏ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਸ ਤਰ੍ਹਾਂ ਵਿਸ਼ਵਾਸ ਰੱਖਣਾ ਮਾਲਕ ਉੱਤੇ ਕਿ ਮੇਰਾ ਮਾਲਕ ਹਾਜ਼ਰ ਨਾਜ਼ਰ ਹੈ। ਮੇਰਾ ਮਾਲਕ ਹਰ ਪੌੜ 'ਤੇ, ਹਰ ਥਾਂ 'ਤੇ ਮੇਰੀ ਸਹਾਇਤਾ ਕਰਨ ਵਾਲਾ ਮੇਰੇ ਨਾਲ ਹੈ ਮੇਰਾ ਮਾਲਕ। ਜਿਵੇਂ ਸਤਿਗੁਰੂ ਜੀ ਕਹਿੰਦੇ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰੂ ਮੇਰੇ ਅੰਗ ਸੰਗ। ਜਦੋਂ ਜਿਹੜੇ ਉਹਦੇ ਪਿਆਰੇ ਨੂੰ ਚੇਤੇ ਕਰਦੇ ਨੇ ਨਾ, ਫਿਰ ਉਹਨਾਂ ਦੀ ਹਰ ਸਮੇਂ ਗੁਰੂ ਸਹਾਇਤਾ ਕਰਦਾ ਹੈ, ਬਾਂਹ ਪਕੜਦਾ ਹੈ। ਤੇ ਸਤਿਗੁਰੂ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਨੇ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਰਕਤ ਕਿਰਮ ਮਹਿ ਨਹੀਂ ਸੰਘਾਰਿਆ। ਅਗਲਾ ਬਚਨ ਗੁਰਦੇਵ ਪਿਤਾ ਜੀ ਦਾ। ਕਹਿੰਦੇ ਨੇ, ਦੇਖ ਭਾਈ ਐ ਜੀਵ ਉਹ ਸਮਾਂ ਯਾਦ ਕਰ ਜਦੋਂ ਤੂੰ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਸੀ। ਤੇਰੀ 9 ਮਹੀਨੇ ਮਾਤਾ ਦੇ ਗਰਭ ਵਿੱਚ ਹਾਲਾਤ ਕਿਹੋ ਜਿਹੇ ਸਨ ਕਿ ਮੁਖ ਤਲੈ ਪੈਰ ਉੱਪਰੋਂ ਬਸੰਦੋ ਕੋਹਤੜੈ ਥਾਏ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਤੈ ਨਾਏ। ਮਾਤਾ ਦੇ ਗਰਭ ਦੇ ਵਿੱਚ ਤੇਰਾ ਮੁਖ ਥੱਲੇ ਨੂੰ ਸੀ, ਪੈਰ ਉਥਾਂ ਨੂੰ ਸਨ। ਤੂੰ ਬੜਾ ਔਖੀ ਥਾਂ 'ਤੇ ਤੇਰਾ ਵਾਸਾ ਸੀ ਤੇ ਉੱਥੇ ਤੂੰ ਬੈਠਾ ਹੋਇਆ, ਪੁੱਠਾ ਲਮਕਿਆ ਹੋਇਆ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸੀ ਕਿ ਮਾਲਕ ਜੀ ਮੈਨੂੰ ਇੱਥੇ ਬਾਹਰ ਕੱਢਣਾ ਕਰ, ਸੰਸਾਰ ਵਿੱਚ ਜਾ ਕੇ ਮੈਂ ਚੰਗੇ ਕਰਮ ਕਰਾਂਗਾ, ਤੇਰਾ ਨਾਮ ਜਪਾਂਗਾ, ਇਬਾਦਤ ਕਰਾਂਗਾ। ਪਰ ਜਦੋਂ ਮਾਤ ਲੋਕ ਵਿੱਚ ਆਇਆ ਤੇ ਮਾਤ ਜੋ ਲੋਕ ਵਿੱਚ ਆਉਂਦਿਆਂ ਹੋਇਆਂ ਤੇ ਪਰਮਾਤਮਾ ਨੂੰ ਵਿਸਾਰ ਦਿੱਤਾ। ਕਹਿੰਦੇ ਪਰ ਤੂੰ ਇਹ ਗੱਲ ਯਾਦ ਰੱਖ, ਤੇ ਜਦੋਂ ਮਾਤਾ ਦੇ ਜਠਰ ਅਗਨੀ ਦੇ ਸੇਕ ਵੀ ਤੈਨੂੰ ਲੱਗਣ ਦਿੱਤਾ ਪਰਮਾਤਮਾ ਨੇ, ਤੇ ਉੱਥੇ ਤੇ ਰੱਖਿਆ ਕਰ ਸਕਦਾ ਕਿ ਇਸ ਸੰਸਾਰ ਦੇ ਵਿੱਚ ਰੱਖਿਆ ਨਹੀਂ ਕਰੇਗਾ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ। ਮਨੋ ਕਿਉ ਵਿਸਾਰੀਐ ਏਵੜ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਹੇ ਪਹੁ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਏਵੜ ਦਾਤਾ, ਸੋ ਕਿਉ ਮਨੋ ਵਿਸਾਰੀਐ। ਵਾਹਿਗੁਰੂ ਤਾਂ ਐਡਾ ਵੱਡਾ ਦਾਤਾ ਹੈ ਤੇ ਇਹ ਜੀਵਤ ਹੈ, ਉਸ ਨੂੰ ਆਪਣੇ ਮਨ 'ਚ ਕਿਉਂ ਵਿਸਾਰਨਾ ਕੀਤਾ। ਭਾਵ ਨੂੰ ਚੇਤੇ ਰੱਖ
उस मालक दी ही शरण तकना कर। वो मालक एडा वड्डा ढाढा है, माता दे गर्भ विच तेरी ने रखिया करना कीती, तेरी बाँह पकड़ी है। गर्भ अगन मह जिन्ह उबारिया। तो इस प्रकार सतगुरु महाराज फरमान करते हैं, रकत किरम मैं नहीं संघारिया। जदों तेरा शरीर माता दे उदर विच बन रहा सी, माता दा रक्त जिहड़ा लहू है, ते उस लहू विच किरम सी। कहंदे ने वो किरम तेरे शरीर नूं खा नहीं सके। किरम वो विच विचरदे ने, हर एक दे ब्लड विच किरम हुंदे ने। कहंदे वो किरम जिहड़े छोटे छोटे किरम ने ना, जिहड़े दिखाई नहीं दिंदे हन, कहंदे वो भी तेरे शरीर नूं संघार नहीं सके, भाव वो खत्म नहीं कर सके, वो तेरे उत्ते हावी नहीं हो सके। ते उन्हां किरमां तो माता दे उदर विच परमात्मा दी रखिया कीती है। ते इस करके ऐसे मालक दीन दयालु प्रभु उत्ते सानू पूर्ण विश्वास होना चाहिए। मनुख परमात्मा नूं विसारदा किवें है? जदों आपां गुरबाणी पढ़ते हैं, गुरबाणी दे राही सानू इस गल की सिक्ख्या मिलती है कि जदों उदर दे विच सी, माता दे पेट दे विच जीव दा जिहड़ा शरीर सी बन रहा सी, उदों तां जीव की सुरती परमात्मा लगी हुई सी। पर मात लोक च जन्म लिया, संसार विच आया, आउंदियां सार ही परमात्मा नूं विसार दिता। किवें ये माया दे प्रभाव विच खचित हो गया। ते धन गुरु नानक दे महाराज नूं पुछो, माझ राग दे विच बार विच पातशाह वचन करते हैं, कहते ने पहले प्यार लगा थण दुध, दूजै माए बाप की सुध, तीजै भैया भाभी बेव, चौथै प्यार उपन्नी खेड़, पंजमै खान पीण की धात, छेवैं काम न पुछै जात, सतवै क्रोध हुआ तन नास। तो इस तरह कहते इहो जे हालात बन गए। सतमै सांझ किया घर वास, अठमै क्रोध हुआ तन नास, नावै धोले उपे साह। कहते इस तरह नौवीं अवस्था में कहते औखे औखे साह आन लग पे, ते बुढ़ापे विच पहुँच गया। दसवै दद्दा हुआ सवाह। ये जीव दियाँ जिहड़ियां 10 अवस्थावां गुरु साहिबान जी ने बयान कर दित्तियां। कहते पहली अवस्था दे विच जदों जन्म लिया, जन्म लैंदियां सारी सब तो पहला मनुख दा मोह पिया है माता दे अस्तना दे नाल, क्योंकि उत्थों दी खुराक उहनूं प्राप्त हुंदी है। ते जिन्ना प्रेम उहदा माता दे अस्तन नाल दुध उहनूं प्राप्त हुंदा, जिन्ना उहदे नाल प्रेम हुंदा बच्चे दा, उन्ना होर किसे नाल नहीं हुंदा। फिर जदों सोझी थोड़ी थोड़ी आउंदी है, फिर ये पता लगता कि मेरी माँ है, माँ है बाप की, ये मेरी माँ है, ये मेरा बाप है। फिर वो तो अगे अवस्था बनती है, सोझी होर आउंदी है, माया का प्रभाव पैंदा जांदा, फिर जीव नूं ये लगता कि ये मेरा भैन है, भईया भाभी बेव, आ मेरा भरा है, आ मेरी भरजाई है, आ मेरी बेव का अर्थ है भैन, ये मेरी भैन है। फिर गुरु चौथी अवस्था विच की खाना की पहनना, इहदे बाबत भी जीव नूं पता लगता है। ते सतगुरु कहंदे ने पंजवें खाण पीण कीता, छेवें काम न पुछै जात। फिर जोबन अवस्था विच आउंदा, जोबन अवस्था विच पहुँच के ते जीव फिर काम सताए गज बस परियो मन बोरा रे, अंक सहयो सीस जवानी विच कदम रखदा। ते उदों फिर जीव नूं काम वासना तंग करदी है। फिर मापे देख के कि साडा बच्चा बच्चा जां बच्ची जवान होए ने, ते मापे गुरु सवारे उदों फिर बच्चे की शादी कर दिंदे ने।
ਫਿਰ ਸਤਿਗੁਰੂ ਕਹਿੰਦੇ ਨੇ ਸਤਮੈ ਸਾਂਝ ਕੀਆ ਘਰ ਵਾਸ। ਕਹਿੰਦੇ ਫਿਰ ਗ੍ਰਸਤੀ ਜੀਵਨ ਦਾ ਪਾਂਧੀ ਬਣ ਗਿਆ, ਗ੍ਰਸਤੀ ਜੀਵਨ ਬਤੀਤ ਕਰਨ ਲੱਗ ਪਿਆ। ਭਾਵ ਕਹਿਣ ਦਾ ਬਚਪਨ ਤੋਂ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਇਹ ਮੋਹ ਦੀਆਂ ਤੰਦਾਂ ਵੱਧਦੀਆਂ ਗਈਆਂ। ਚੇਤੇ ਕਰਨਾ ਸੀ ਪਰਮਾਤਮਾ ਨੂੰ, ਕਰਤਾਰ ਨੂੰ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਵਿਆਹ ਸ਼ਾਦੀ ਨਹੀਂ ਕਰਾਉਣੀ, ਕੁਟੁੰਬ ਨਹੀਂ ਵਧਾਉਣਾ। ਤੇ ਸਤਿਗੁਰ ਦਾ ਹੁਕਮ ਹੈ ਕਿ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਉਸ ਮਾਲਕ ਨੂੰ, ਪਰਵਰਦਗਾਰ ਨੂੰ ਚੇਤੇ ਕਰਨਾ ਹੈ ਅਸਲ ਵਿੱਚ। ਫਿਰ ਉਸ ਤੋਂ ਬਾਅਦ ਕਹਿੰਦੇ ਫਿਰ ਜੀਵ ਬੁਢਾਪੇ ਦੇ ਅੱਗੇ ਜਾਣ ਲੱਗਦਾ, ਨੇੜੇ ਜਾਣ ਲੱਗਦਾ ਹੈ, ਤੇ ਜੀਵ ਨੂੰ ਬਾਰ ਇੱਕ ਗੱਲ ਤੇ ਕ੍ਰੋਧ ਆਉਂਦਾ। ਅੱਠਵੇਂ ਕ੍ਰੋਧ ਹੋਆ ਤਨ ਨਾਸ। ਤਨ ਦਾ ਕਹਿੰਦੇ ਫਿਰ ਤਨ ਜਿਹੜਾ ਕਮਜ਼ੋਰ ਹੁੰਦਾ ਜਾਂਦਾ ਹੈ। ਫਿਰ ਨੌਵੇਂ ਧੌਲੇ ਉੱਪੇ ਸਾਹ। ਨੌਵੀਂ ਅਵਸਥਾ ਵਿੱਚ ਔਖੇ ਸਾਹ ਆਉਂਦੇ ਨੇ, ਚਿੱਟੇ ਕੇਸ ਹੋ ਜਾਂਦੇ ਹਨ। ਦਸਵਾਂ ਦੱਦਾ ਹੋਆ ਸਵਾਹ। ਫਿਰ 10ਵੀਂ ਅਵਸਥਾ ਵਿੱਚ ਸਤਿਗੁਰੂ ਕਹਿੰਦੇ ਨੇ ਕਿ ਫਿਰ ਜੀਵ ਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ ਕਿ ਜੀਵ ਚੜ੍ਹਾਈ ਕਰ ਜਾਂਦਾ, ਜੀਵ ਦੀ ਮੌਤ ਹੁੰਦੀ ਹੈ। ਪਰਿਵਾਰ ਦੇ ਮੈਂਬਰ ਚੁੱਕ ਕੇ ਜਦ ਦਫਨਾ ਦਿੰਦੇ ਨੇ, ਸਾੜ ਦਿੰਦੇ ਨੇ, ਫਿਰ ਇਹਦੀ ਸੁਰਾਖ ਬਣ ਜਾਂਦੀ, ਮਿੱਟੀ ਬਣ ਜਾਂਦੀ ਹੈ। ਗੇ ਸਗੀਤ ਪੁਕਾਰੀ ਤਾ, ਆਇਆ ਗਿਆ ਮੋਇਆ ਨਾਉ। ਪਿੱਛੇ ਬੱਦਲ ਸਦਿਓ ਗਾਵ, ਨਾਨਕ ਮਨਮੁਖ ਅੰਧ ਗਵਾਰ। ਬਾਜ ਗੁਰੂ ਡੁੱਬਾ ਸੰਸਾਰ। ਅਖੀਰ ਤੇ ਸਤਿਗੁਰੂ ਮਹਾਰਾਜ ਮੋਹਰ ਲਾਤੀ, ਕਹਿੰਦੇ ਭਾਈ ਜੀਵ ਅੰਧਲਾ ਹੈ, ਗਵਾਰ ਹੈ, ਬੇਸਮਝ ਹੈ। ਕਿਉਂਕਿ ਗੁਰੂ ਵਾਲਾ ਨਹੀਂ ਬਣਿਆ, ਗੁਰੂ ਵਾਲਾ ਨਾ ਬਣਨ ਕਰਕੇ ਕਹਿੰਦੇ ਇਸੇ ਸੰਸਾਰ ਡੁੱਬਿਆ ਰਿਹਾ। ਇਹ ਨਹੀਂ ਜੀਵ ਨੂੰ ਪਤਾ ਲੱਗਿਆ ਕਿ ਕਿਹੜੇ ਕੰਮ ਲਈ ਮੈਂ ਸੰਸਾਰ ਵਿੱਚ ਆਇਆ ਹਾਂ ਤੇ ਮੈਂ ਕਰ ਕੀ ਰਿਹਾ ਹਾਂ। ਪਰਿਵਾਰ ਵਿੱਚ ਰਹਿੰਦਿਆਂ ਉਸ ਪਰਵਰਦਗਾਰ ਨੂੰ ਚੇਤੇ ਕਰਨਾ, ਫਿਰ ਗੁਰੂ ਸਰ ਜੀਵ ਦਾ ਜੀਵਨ ਸਫਲ ਹੈ। ਤੇ ਸਤਿਗੁਰੂ ਕਹਿੰਦੇ ਮਾਲਕ ਤਾਂ ਤੇਰੀ ਹਰ ਸਮੇਂ ਸਹਾਇਤਾ ਕਰਦਾ ਏ, ਤੇਰੀ ਬਾਂਹ ਪਕੜਦਾ ਏ। ਕਹਿੰਦੇ ਮਾਤਾ ਦੇ ਗਰਭ ਵਿੱਚ ਜਿਹਨੇ ਤੇਰੀ ਰੱਖਿਆ ਕੀਤੀ, ਰਕਤ ਕਿਰਮ ਮੈਂ ਜਿਨ ਹੀ ਸੰਘਾਰਿਆ। ਤੇ ਮਾਤਾ ਦੇ ਜਿਹੜੇ ਲਹੂ ਸੀ ਉਹ ਖੂਨ ਦੇ ਵਿੱਚ ਰਕਤ ਸਨ, ਕਿਰਮ ਸੀ। ਕਹਿੰਦੇ ਉਹ ਕਿਰਮ ਕਹਿੰਦੇ ਉਹ ਤੈਨੂੰ ਖਾ ਨਹੀਂ ਸਕੇ, ਉਹ ਤੈਨੂੰ ਖਤਮ ਨਹੀਂ ਕਰ ਸਕੇ। ਉਹਦੇ ਪਾਸੋਂ ਪਰਮਾਤਮਾ ਨੇ ਤੇ ਰੱਖਿਆ ਕੀਤੀ ਹੈ। ਇਸ ਕਰਕੇ ਭਾਈ ਆਪਣਾ ਸਿਮਰਨ ਦੇ ਪ੍ਰਤ ਪਾਲਿਆ, ਉਹ ਸਕਲ ਘਟਾ ਕਾ ਮਾਲਕਾ। ਐਡਾ ਵੱਡਾ ਪਰਮੇਸ਼ਰ ਹੈ। ਉਸ ਮਾਲਕ ਨੇ ਆਪਣਾ ਸਿਮਰਨ ਦੇ ਕੇ ਮਾਤਾ ਦੇ ਗਰਭ ਵਿੱਚ ਤੇਰੀ ਪ੍ਰਤ ਪਾਲਣਾ, ਤੈਨੂੰ ਪਾਲਣਾ ਕੀਤਾ ਹੈ। ਉਹ ਮਾਲਕ ਕਿੱਡਾ ਕੁ ਵੱਡਾ। ਕਹਿੰਦੇ ਉਹ ਸਗਲ ਘਟਾ ਕਾ ਮਾਲਕਾ। ਸਾਰੇ ਘਟਾਂ ਦਾ, ਹਿਰਦਿਆਂ ਦੀ ਜਾਣਨ ਵਾਲਾ, ਉਹ ਸਾਰਿਆਂ ਦਾ ਮਾਲਕ ਵਾਹਿਗੁਰੂ ਹੈ। ਚਰਨ ਕਮਲ ਸਰਨਾਈ ਆਇਆ, ਸਾਧ ਸੰਗ ਹੈ ਹਰ ਜਸ ਗਾਇਆ। ਫਿਰ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਆਪ ਜੀ ਨੇ ਇਹ ਬਚਨ ਕੀਤੇ ਹਨ ਕਿ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਜੀਵ ਦੀ ਇਸ ਲੋਕ ਵਿੱਚ ਵੀ ਤੇ ਪਰਲੋਕ ਦੀ ਸਹਾਇਤਾ ਹੁੰਦੀ ਹੈ। ਵਾਹਿਗੁਰੂ ਆਪ ਸਹਾਇਤਾ ਕਰਦਾ ਹੈ। ਕਹਿੰਦੇ ਫਿਰ ਉਸ ਮਾਲਕ ਵਾਹਿਗੁਰੂ ਦਾ ਜਸ ਕਿਵੇਂ ਗਾਇਨ ਕੀਤਾ ਜਾ ਸਕਦਾ, ਕਿਵੇਂ ਸ਼ਬਦ ਸੁਰਤੀ ਦਾ ਸੁਮੇਲ ਹੋ ਸਕਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਇੰਜ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ ਹੇ ਪ੍ਰਭੂ ਜੀ, ਹੇ ਗੁਰੂ ਜੀ, ਚਰਨ ਕਮਲ ਸ਼ਰਨਾਈ ਆਇਆ। ਜਿਹੜੇ ਆਪ ਜੀ ਦੇ ਸੁੰਦਰ ਕਮਲਾਂ ਵਰਗੇ ਚਰਨ ਹਨ, ਉਹਨਾਂ ਸੋਹਣੇ ਚਰਨਾਂ ਕਮਲਾਂ ਦੀ ਮੈਂ ਸ਼ਰਨਾਈ, ਸ਼ਰਨ ਵਿੱਚ ਆਇਆ ਹਾਂ। ਮੇਰੇ 'ਤੇ ਕਿਰਪਾ ਕਰੋ। ਸਾਧ ਸੰਗ ਹਰ ਜਸ ਗਾਇਆ। ਸਾਧ ਸੰਗ ਹੈ ਹਰ ਇੱਕੋ ਇੱਕ ਕਹਿੰਦੇ ਘਰ ਹੈ, ਇੱਕੋ ਇੱਕ ਤਰੀਕਾ ਏ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ, ਉਹ ਹੈ ਗੁਰੂ ਕੀ ਸਾਧ ਸੰਗਤ। ਸਾਧ ਸੰਗਤ 'ਚ ਬੈਠ ਕੇ ਹਰੀ ਦਾ ਜਸ ਗਾਇਨ ਕਰਨਾ, ਉਹਦੀ ਸਿਫਤ ਸਲਾਹ ਕਹਿੰਦੇ ਗਾਇਨ ਕੀਤੀ। ਤੇ ਇਹੀ ਤਰੀਕਾ ਹੈ ਉਸ ਮਾਲਕ ਨਾਲ ਇੱਕ ਮਿਕ ਹੋਣ ਦਾ। ਪਰ ਇਹ ਸਾਧ ਸੰਗਤ ਗੁਰੂ ਸਵਾਰਿਓ ਬਿਰਲੇ ਮਨੁੱਖਾਂ ਨੂੰ ਪ੍ਰਾਪਤ ਹੁੰਦੀ ਹੈ।
ਜਿਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਆ। ਆਪਾਂ ਹੁਣ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਨਿੱਤਾ ਪ੍ਰਤੀ ਬੈਠਦੇ ਹਾਂ, ਕਥਾ ਕੀਰਤਨ ਸੁਣਦੇ ਹਾਂ। ਇਹ ਸਾਡੇ ਬਹੁਤ ਚੰਗੇ ਕਰਮ ਨੇ। ਬੇਸ਼ੱਕ ਬਹੁਤ ਤਾਦਾਦ ਵਿੱਚ ਸਾਡੇ ਹਾਲਾਤ ਇਹੋ ਜਿਹੇ ਨੇ ਕਿ ਆਪਾਂ ਸਰੀਰਕ ਤੌਰ 'ਤੇ ਇੱਥੇ ਬੈਠੇ ਹਾਂ ਅਤੇ ਮਨ ਕਰਕੇ ਸਾਡੇ ਜਿਹੜੀ ਮਨ ਬਾਹਰ ਉਡਾਰੀਆਂ ਮਾਰ ਰਿਹਾ ਹੈ। ਪਰ ਸਾਨੂੰ ਇਹ ਫਖਰ ਹੋਣਾ ਚਾਹੀਦਾ, ਚਲੋ ਮਾਲਕ ਨੇ ਅੱਜ ਸਰੀਰ ਕਰਕੇ ਬਿਠਾਇਆ ਏ, ਇੱਕ ਦਿਨ ਸਮਾਂ ਐਸਾ ਵੀ ਆਵੇਗਾ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਮਨ ਕਰਕੇ ਬਿਠਾ ਲੈਣਗੇ। ਕੋਸ਼ਿਸ਼ ਕਰਾਂਗੇ, ਜਦੋਂ ਆਪਾਂ ਅਭਿਆਸ ਕਰਦੇ ਜਾਵਾਂਗੇ ਤੇ ਆਪਣੇ ਆਪ ਹੀ ਸਾਡਾ ਸਰੀਰ ਦੀ ਹਾਜ਼ਰੀ ਲੱਗ ਰਹੀ ਹੈ, ਫਿਰ ਮਨ ਦੀ ਹਾਜ਼ਰੀ ਇੱਕ ਦਿਨ ਲੱਗ ਜਾਵੇਗੀ। ਜਿਸ ਦਿਨ ਮਨ ਦੀ ਹਾਜ਼ਰੀ ਲੱਗ ਗਈ ਉਸ ਦਿਨ ਖੇਡਾਂ ਫਿਰ ਵੱਖਰੀਆਂ ਵਾਪਰਦੀਆਂ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਇੱਕ ਸਿੱਖ ਘੋੜਿਆਂ ਦਾ ਵਪਾਰੀ ਹੈ ਤੇ ਸਤਿਗੁਰੂ ਮਹਾਰਾਜ ਨਿੱਤਾ ਪ੍ਰਤੀ ਚੇਤੇ ਕਰਦਾ। ਬੜਾ ਗੁਰੂ ਪਾਤਸ਼ਾਹ ਦਾ ਸ਼ਰਧਾਲੂ। ਕਹਿੰਦੇ ਨੇ ਘੋੜਿਆਂ ਦਾ ਤਬੇਲਾ ਹੈ, ਤਬੇਲੇ ਵਿੱਚੋਂ ਉਹਦਾ ਘੋੜਾ ਚੋਰੀ ਹੋ ਗਿਆ। ਬੜਾ ਨੁਕਸਾਨ ਹੋਇਆ ਕਿ ਮੇਰਾ ਘੋੜਾ ਚੋਰੀ ਹੋ ਗਿਆ। ਚਲੋ ਗੁਰੂ ਤੇ ਛੱਡ ਦਿੱਤੀ ਕਿ ਚਲੋ ਪਰਮੇਸ਼ਰ ਦਾ ਸਿਮਰਨ ਕਰਨ ਦਾ, ਗੁਰੂ ਜਪਦਾ। ਇੱਕ ਰਾਤ ਘੋੜਾ ਇੱਕ ਚੋਰੀ ਹੋਇਆ, ਦੂਜੀ ਰਾਤ ਫਿਰ ਆਈ। ਦੂਜੀ ਰਾਤ ਨੂੰ ਫਿਰ ਚੋਰਾਂ ਨੇ ਘੋੜਾ ਚੋਰੀ ਕਰ ਲਿਆ। ਦੂਜਾ ਘੋੜਾ ਚੋਰੀ ਹੋਇਆ ਤੇ ਸਿੱਖ ਵਪਾਰੀ ਸਿੱਖ ਸੀ, ਮਨ 'ਚ ਡਰ ਪੈਦਾ ਹੋਇਆ ਕਿ ਮਨਾ ਕਿਤੇ ਇਹ ਨਾ ਹੋਵੇ ਹੌਲੀ ਹੌਲੀ ਮੇਰੇ ਸਾਰੇ ਘੋੜੇ ਚੋਰੀ ਹੋ ਜਾਣ। ਮੈਂ ਬੜੀ ਤਕੜਾਈ ਕੀਤੀ ਹੈ, ਪਰ ਪਤਾ ਨਹੀਂ ਲੱਗ ਰਿਹਾ ਕਿ ਚੋਰ ਕਿਸ ਤਰ੍ਹਾਂ ਆਉਂਦਾ, ਕਿਵੇਂ ਇਹ ਘੋੜੇ ਲੈ ਕੇ ਚਲੇ ਜਾਂਦਾ ਏ। ਕਹਿਣ ਲੱਗਿਆ ਚਲੋ ਮੈਂ ਗੁਰੂ ਪਾਤਸ਼ਾਹ ਦੇ ਕੋਲ ਜਾਂਦਾ, ਗੁਰੂ ਤੇਗ ਬਹਾਦਰ ਪਾਤਸ਼ਾਹ ਹੀ ਕੋਈ ਹੱਲ ਲੱਭਣਗੇ, ਸਤਿਗੁਰੂ ਕਿਰਪਾ ਕਰਨਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਮਾਲਵੇ ਦੇ ਇਲਾਕੇ ਵਿੱਚ ਵਿਚਰ ਰਹੇ ਸਨ। ਕਹਿੰਦੇ ਨੇ ਸਤਿਗੁਰ ਦੇ ਦੀਵਾਨ ਸਜੇ ਨੇ, ਗੁਰੂ ਪਾਤਸ਼ਾਹ ਦੇ ਚਰਨਾਂ ਜਾ ਕੇ ਮੱਥਾ ਟੇਕਿਆ ਕਿ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਸਦਕਾ ਮੇਰਾ ਘੋੜਿਆਂ ਦਾ ਵਪਾਰ ਹੈ ਪਾਤਸ਼ਾਹ ਜੀ, ਪਰ ਮੇਰਾ ਬੜਾ ਨੁਕਸਾਨ ਹੋ ਰਿਹਾ। ਸਤਿਗੁਰੂ ਮੈਂ ਨਿੱਤਾ ਪ੍ਰਤੀ ਸਤਿਗੁਰੂ ਜੀ ਆਪ ਜੀ ਦਾ ਜਸ ਕਰਕੇ ਰਾਤ ਨੂੰ ਸੌਂਦਾ ਹਾਂ ਤੇ ਸਵੇਰ ਵੇਲੇ ਮੇਰਾ ਘੋੜਾ ਚੋਰੀ ਹੋ ਜਾਂਦਾ। ਮੈਂ ਬੜੇ ਪਹਿਰੇਦਾਰ ਵੀ ਬਿਠਾਣਾ ਕੀਤੇ, ਚੌਂਕੀਦਾਰ ਬਿਠਾਏ ਤਾਂ ਕਿ ਚੋਰ ਪਕੜੇ। ਚੋਰ ਦਾ ਪਤਾ ਨਹੀਂ ਲੱਗਦਾ ਕਦੋਂ ਆਉਂਦਾ ਤੇ ਕਦੋਂ ਘੋੜਾ ਲੈ ਕੇ ਚਲਿਆ ਜਾਂਦਾ। ਤੇ ਸਤਿਗੁਰੂ ਆਪ ਜੀ ਕਿਰਪਾ ਕਰੋ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਿੱਖਾ, ਜਦੋਂ ਤਾਂ ਰਾਤ ਨੂੰ ਵਿਸ਼ਰਾਮ ਕਰਨ, ਲੰਗਰ ਪਾਣੀ ਛਕਣ ਉਪਰੰਤ ਤਾਂ ਵਿਸ਼ਰਾਮ ਕਰਨਾ ਨਾ, ਕਹਿੰਦੇ ਉਦੋਂ ਤੂੰ ਸੋਹਲੇ ਦਾ ਪਾਠ ਕਰਨਾ, ਕੀਰਤਨ ਸੋਹਲੇ ਦਾ ਪਾਠ ਕਰਨਾ। ਸਤਿਵਚਨ ਜੀ ਸਿੱਖ ਗਿਆ, ਸਾਰਾ ਦਿਨ ਆਪਣੀ ਮਿਹਨਤ ਕੀਤੀ ਹੈ। ਸੰਧਿਆ ਵੇਲੇ ਗੁਰੂ ਦੇ ਬਚਨ ਯਾਦ ਆਏ, 5 ਇਸ਼ਨਾਨਾਂ ਕਰਕੇ ਸੋਹਲਾ ਸਾਹਿਬ ਦੀ ਪਾਵਨ ਬਾਣੀ ਪੜ੍ਹੀ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸੁਮੇਲ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਆਖਿਆ, ਅਰਦਾਸ ਕੀਤੀ ਛੋਟੀ ਅਰਦਾਸ ਕਰਕੇ ਕਿ ਪਾਤਸ਼ਾਹ ਆਪ ਹੀ ਮੇਰੀ ਪਾਤ ਇੱਜ਼ਤ ਰੱਖਣੀ। ਸੋ ਗਿਆ। ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਇਸ਼ਨਾਨ ਇਤਿਆਦਿ ਕੀਤਾ। ਇਸ਼ਨਾਨ ਕਰਨ ਤੋਂ ਪਹਿਲਾਂ ਆਪਣੇ ਘੋੜਿਆਂ ਦੇ ਤਬੇਲੇ ਵਿੱਚ ਆਇਆ ਤੇ ਗੁਰੂ ਨੇ ਆਖਿਆ ਸੀ ਕਿ ਸੋਹਲੇ ਦਾ ਪਾਠ ਕਰ ਸਿੱਖਾ, ਤੇਰੇ ਘੋੜੇ ਚੋਰੀ ਨਹੀਂ ਹੋਣਗੇ। ਦੇਖਾਂ ਜਾ ਕੇ ਮੈਂ ਜੋ ਦੇਖਿਆ ਕਿ ਤਬੇਲੇ ਵਿੱਚ ਘੋੜੇ ਬੱਧੇ ਹੋਏ ਨੇ ਤੇ ਬੜਾ ਖੁਸ਼ ਹੋਇਆ, ਵਿਸ਼ਵਾਸ ਬਣ ਗਿਆ ਹੋਰ ਜ਼ਿਆਦਾ। ਤੇ ਅੱਜ ਦੂਜੇ ਦਿਨ ਗੁਰੂ ਸਵਾਰੇ ਫਿਰ ਇਸ ਤਰ੍ਹਾਂ ਸਾਰਾ ਦਿਨ ਮਿਹਨਤ ਕੀਤੀ ਹੈ ਤੇ ਨਿੱਤਾ ਪ੍ਰਤੀ ਸੋਹਲੇ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਕਰਦਾ ਸਿੱਖ, ਤੇ ਘੋੜੇ ਚੋਰੀ ਨਹੀਂ ਹੋ ਰਹੇ ਹਨ। ਇੱਕ ਦਿਨ ਇਹਨੇ ਲੰਮਾ ਸਫ਼ਰ ਕੀਤਾ, ਬਾਹਰੋਂ ਆਇਆ, ਥੱਕਿਆ ਹੋਇਆ ਸੀ
ਜਦੋਂ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਦੇ ਬਚਨ ਯਾਦ ਆਏ ਕਿ ਗੁਰੂ ਨੇ ਮੈਨੂੰ ਹੁਕਮ ਕੀਤਾ ਹੈ ਕਿ ਸੋਹਲੇ ਦੀ ਬਾਣੀ ਪੜ੍ਹਨੀ ਹੈ, ਤੇ ਉਦੋਂ ਇਹ ਸੋਹਲਾ ਸਾਹਿਬ ਦੀ ਪਾਵਨ ਬਾਣੀ ਪੜ੍ਹਨ ਲੱਗਿਆ। ਉਸ ਬਾਣੀ ਪੜ੍ਹਦੇ ਆ ਤੇ ਵਿੱਚ ਨੀਂਦ ਆ ਗਈ। ਪੜ੍ਹਦੇ ਆ ਚੌਂਕੜਾ ਮਾਰ ਕੇ ਬੈਠਾ ਹੋਇਆ ਤੇ ਨੀਂਦ ਆ ਗਈ। ਨੀਂਦ ਆਈ ਹੈ ਤੇ ਫਿਰ ਥੋੜ੍ਹੀ ਸਮਾਂ ਇਸ ਤਰ੍ਹਾਂ ਸੁੱਤਾ ਰਿਹਾ, ਬੈਠਾ ਹੀ ਸੁੱਤਾ ਰਿਹਾ। ਤੇ ਜਦੋਂ ਅੱਖ ਖੁੱਲ੍ਹੀ ਹੈ ਫਿਰ ਬਚਨ ਯਾਦ ਹੈ, ਗੁਰੂ ਦੇ ਬਚਨ ਸੀ ਕਿ ਸੋਹਲੇ ਸਾਹਿਬ ਦੀ ਪਾਵਨ ਬਾਣੀ ਪੜ੍ਹਨੀ। ਮੈਂ ਬਾਣੀ ਨਹੀਂ ਪੜ੍ਹ ਸਕਿਆ, ਮੇਰਾ ਸੋਹਲਾ ਸਾਹਿਬ ਵਿੱਚ ਹੀ ਰਹਿ ਗਿਆ। ਤੇ ਫਿਰ ਗੁਰੂ ਸਵਾਰੇ ਦੁਬਾਰਾ ਫਿਰ ਸ਼ੁਰੂ ਕਰ ਦਿੱਤਾ। ਦੁਬਾਰਾ ਫਿਰ ਸੋਹਲੇ ਸਾਹਿਬ ਦੀ ਪਾਵਨ ਬਾਣੀ ਪੜ੍ਹੀ ਹੈ, ਅਰਦਾਸ ਕੀਤੀ ਹੈ। ਅਰਦਾਸ ਕਰਕੇ ਸੋ ਗਿਆ। ਸਵੇਰ ਹੋਈ, ਸਵੇਰ ਵੇਲੇ ਗੁਰੂ ਸਾਹਿਬ ਉਹ ਚੋਰ ਜਿਹੜੇ ਨੇ ਇਹਦੇ ਜਿਹੜੇ ਪਹਿਰੇਦਾਰ ਸੀ ਉਹਨਾਂ ਨੇ ਪਕੜ ਨਾ ਕੀਤੇ, ਤਬੇਲੇ ਵਿੱਚੋਂ ਹੀ। ਹੈਰਾਨ ਹੋ ਗਿਆ। ਤੇ ਚੋਰ ਪਕੜੇ ਗਏ। ਇਹ ਕਹਿਣ ਲੱਗਿਆ ਮੇਰੇ ਪਹਿਲੇ ਘੋੜੇ ਦੱਸੋ ਕਿੱਥੇ ਵੇਚਣਾ ਕੀਤੇ। ਸਾਰੀ ਦੱਸਦੇ ਕਿ ਅਸੀਂ ਤੁਹਾਡੇ ਘੋੜੇ ਚੋਰੀ ਕੀਤੇ ਨੇ। ਨਿਤਾ ਪ੍ਰਤੀ ਚੋਰੀ ਕਰਨ ਲਈ ਅਸੀਂ ਆਉਂਦੇ ਸੀ ਤੇ ਘੋੜੇ ਅਸੀਂ ਚੋਰੀ ਕਰਦੇ ਸਨ, ਪਰ ਅੱਜ ਸਾਡੇ ਨਾਲ ਘਟਨਾ, ਅਸੀਂ ਨਿਤਾ ਪ੍ਰਤੀ ਆਉਂਦੇ ਸੀ। ਜਦੋਂ ਆਉਂਦੇ ਸੀ ਤੇ ਤੇਰੇ ਤਵੇਲੇ ਦੇ ਅੱਗੇ ਇੱਕ ਲੋਹ ਕੋਟ ਲੱਗ ਜਾਂਦਾ ਸੀ। ਜਦੋਂ ਅੱਜ ਦੇਖਿਆ ਤੇ ਬਿਲਕੁਲ ਖੁੱਲ੍ਹਾ ਸੀ। ਅਸੀਂ ਕਿਹਾ ਅੱਜ ਸਾਨੂੰ ਮੌਕਾ ਹੈ, ਅੱਜ ਅਸੀਂ ਘੋੜੇ ਚੋਰੀ ਕਰਾਂਗੇ ਤੇ ਇੱਥੋਂ ਨਿਕਲ ਜਾਵਾਂਗੇ। ਪਰ ਕਹਿਣ ਲੱਗੇ ਜਦੋਂ ਅਸੀਂ ਅੰਦਰ ਪ੍ਰਵੇਸ਼ ਹੋਏ ਤੇ ਕੋਈ ਲੋਹ ਕੋਟ ਨਹੀਂ ਸੀ, ਪਰ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਤੇ ਬਾਹਰ ਨਿਕਲਦਿਆਂ ਸਾਰ ਹੀ ਵੱਡਾ ਲੋਹ ਕੋਟ ਇੱਥੇ ਬਣਿਆ ਹੋਇਆ ਸੀ। ਇਹ ਕਿਲੇ ਦੀ ਨਹੀਂ ਸਵਾਰਿਆ ਹੋਇਆ ਸੀ, ਜਿਸ ਕਰਕੇ ਅਸੀਂ ਬਾਹਰ ਨਿਕਲ ਨਹੀਂ ਸਕੇ। ਕਹਿਣ ਲੱਗਿਆ ਕਿ ਭਰਾਵਾ ਅਸੀਂ ਚੋਰ ਹਾਂ, ਪਰ ਇਹ ਗੱਲ ਦੱਸਣਾ ਕਰ ਕਿ ਤੇਰੇ ਕੋਲ ਕਿਹੜਾ ਜਾਦੂ ਹੈ, ਕਿਹੜਾ ਮੰਤਰ ਹੈ ਜਿਹਦੇ ਰਾਹੀਂ ਤੂੰ ਵੱਡੀਆਂ ਵੱਡੀਆਂ ਇਹ ਲੋਹੇ ਦੀਆਂ ਕੰਧਾਂ ਉਸਾਰ ਦਿੰਦਾ ਹੈ। ਤੇ ਸਿੱਖ ਕਹਿਣ ਲੱਗਿਆ ਕਿ ਮੇਰੇ ਕੋਲ ਕੋਈ ਜਾਦੂ ਨਹੀਂ, ਮੰਤਰ ਨਹੀਂ, ਮੇਰੇ ਕੋਲ ਗੁਰੂ ਦੀ ਬਾਣੀ ਹੈ। ਗੁਰਬਾਣੀ ਦਾ ਹੀ ਮੈਨੂੰ ਸਹਾਰਾ ਹੈ। ਮੇਰੇ ਗੁਰੂ ਨੇ ਹੁਕਮ ਕੀਤਾ ਏ ਕਿ ਰਾਤ ਵੇਲੇ ਸੋਹਲੇ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਸੋਇਆ ਕਰ, ਤੇਰੀ ਚੋਰੀ ਨਹੀਂ ਹੋਵੇਗੀ। ਕਹਿਣ ਲੱਗੇ ਇਸ ਬਾਣੀ ਵਿੱਚ ਇੰਨੀ ਤਾਕਤ ਹੈ। ਤੇਰਾ ਗੁਰੂ ਕੌਣ ਹੈ? ਕਹਿਣ ਲੱਗੇ ਮੇਰਾ ਗੁਰੂ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਚੱਲ ਜੇ ਤੇ ਸਾਨੂੰ ਵੀ ਆਪਣੇ ਗੁਰੂ ਦੇ ਦੀਦਾਰ ਕਰਾ। ਅਸੀਂ ਆਪਣੇ ਜੀਵਨ ਕਾਲ 'ਚ ਬੜੀਆਂ ਚੋਰੀਆਂ ਕੀਤੀਆਂ, ਠੱਗੀਆਂ ਕੀਤੀਆਂ, ਤੇਰੇ ਗੁਰੂ ਦੀ ਅਸੀਂ ਵੀ ਗੁਰੂ ਦੇ ਦੀਦਾਰ ਕਰਨਾ ਚਾਹੁੰਦੇ ਤਾਂ ਕਿ ਸਾਡਾ ਵੀ ਭਲਾ ਹੋ ਜਾਵੇ। ਇਤਿਹਾਸਕਾਰ ਲਿਖਦੇ ਕਹਿੰਦੇ ਫਿਰ ਇਹ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਗਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਤੱਕੀ, ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਸਾਨੂੰ ਖਿਮਾ ਕਰੋ, ਅਸੀਂ ਅੱਜ ਤੱਕ ਸਾਰੇ ਪਾਪ ਹੀ ਕੀਤੇ ਨੇ, ਚੋਰੀਆਂ ਠੱਗੀਆਂ ਕੀਤੀਆਂ ਹਨ, ਤੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਆਪ ਜੀ ਬਖਸ਼ਣਾ ਕਰੋ। ਤੇ ਗੁਰੂ ਪਾਤਸ਼ਾਹ ਨੇ ਵਚਨ ਕੀਤਾ, ਕਹਿਣ ਲੱਗੇ ਕਿ ਭਾਈ ਤੁਸੀਂ ਵੀ ਬਾਣੀ ਪੜ੍ਹਿਆ ਕਰੋ, ਇਹ ਮਾੜੇ ਕੰਮ ਨਹੀਂ ਅੱਜ ਤੋਂ ਬਾਅਦ ਕਰਨੇ। ਚੋਰੀਆਂ ਠੱਗੀਆਂ ਮਨੁੱਖ ਕਿਉਂ ਕਰਦਾ ਹੈ? ਜੀਵ ਉਦੋਂ ਚੋਰੀਆਂ ਠੱਗੀਆਂ ਕਰਦਾ ਜਦੋਂ ਮਨੁੱਖ ਦੇ ਅੰਦਰ ਲਾਲਚ ਪੈਦਾ ਹੁੰਦਾ ਹੈ ਕਿ ਮੈਂ ਆ ਵੀ ਪ੍ਰਾਪਤ ਕਰ ਲਵਾਂ। ਪਰ ਪਾਤਸ਼ਾਹ ਕਹਿਣ ਲੱਗੇ ਕਿ ਅਸਲ ਦੇ ਵਿੱਚ ਜੋ ਸਾਡੇ ਪਰਾਲਬਧ ਅਨੁਸਾਰ ਲਿਖਿਆ ਹੋਇਆ ਹੈ ਉਹ ਸਾਨੂੰ ਪ੍ਰਾਪਤ ਹੋਣਾ ਕੋਈ ਖੋਹ ਨਹੀਂ ਸਕਦਾ। ਹਰ ਇੱਕ ਮਨੁੱਖ ਦੀ ਇਹ ਸੋਚ ਹੈ ਕਿ ਮੈਂ ਰਾਤੋਂ ਰਾਤ ਅਮੀਰ ਹੋ ਜਾਵਾਂ, ਪਰ ਸਾਰੇ ਅਮੀਰ ਨਹੀਂ ਹੁੰਦੇ। ਸਾਰੇ ਅਮੀਰ ਨਹੀਂ ਹੁੰਦੇ। ਭੁੱਖਾ ਕੋਈ ਸੌਂਦਾ ਨਹੀਂ ਹੈ। ਹਰ ਇੱਕ ਨੂੰ ਰੋਟੀ ਮਾਲਕ ਦਿੰਦਾ ਸਮੇਂ ਅਨੁਸਾਰ। ਕਿਸੇ ਦਾ ਕਾਰਜ ਅੜਦਾ ਨਹੀਂ, ਇਹ ਵੀ ਸੱਚ ਹੈ। ਕੋਈ ਗਰੀਬ ਤੋਂ ਗਰੀਬ ਹੋਵੇ, ਇਨਸਾਨ ਦੀ ਬੱਚੀ ਦੀ ਸ਼ਾਦੀ ਹੈ, ਵਿਆਹ ਉਸ ਲੜਕੀ ਦਾ ਵੀ ਹੋ ਜਾਂਦਾ ਹੈ ਤੇ ਅਮੀਰ ਦੀ ਲੜਕੀ ਦਾ ਵੀ ਵਿਆਹ ਹੋ ਜਾਂਦਾ ਹੈ। ਕਾਰਜ ਕਿਸ ਦਾ ਖੜਦਾ ਨਹੀਂ ਹੈ, ਜੋ ਉਹ ਲਿਖੇ ਹੁੰਦੇ ਨੇ ਪਰਮਾਤਮਾ ਨੇ। ਤੇ ਮਨੁੱਖ ਜਿਸ ਕਰ ਮਨੁੱਖ ਦੇ ਮਨ 'ਚ ਇਹ ਹੁੰਦਾ ਕਿ ਫਿਕਰਾਂ ਵਿੱਚ ਕਿ ਮੇਰਾ ਪਤਾ ਨਹੀਂ ਕੰਮ ਹੋਣਾ ਕਿ ਨਹੀਂ ਹੋਣਾ। ਪਰਮੇਸ਼ਰ ਉੱਤੇ ਭਰੋਸਾ ਰੱਖੀਏ ਤੇ ਵਾਹਿਗੁਰੂ ਕੀ ਨਹੀਂ ਕਰ ਸਕਦਾ। ਕਬੀਰ ਜੀ ਦਾ ਜਗ ਸੰਪੂਰਨ ਕੀਤਾ।
ਧੰਨੇ ਦੇ ਨੱਕੇ ਜੋੜਨਾ ਕੀਤੇ ਗੁਰੂ ਸਵਾਰਿਓ, ਹਲ ਬਾਣਾ ਕੀਤਾ। ਕਿੰਨਿਆਂ ਦੀ ਗੱਲ ਕਰੀਏ ਆਪਾਂ। ਸੈਣ ਨਾਈ ਬੁਤਕਾਰੀਆ, ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਭਗਤਾਂ ਮੈਂ ਗਣਿਆ। ਭਗਤ ਸੈਣ ਜੀ ਦੇ ਸਾਰੇ ਆਪ ਜੀ ਸਾਰੇ ਜਾਣਦੇ ਹੋ, ਰਾਜੇ ਦੀ ਚਾਕਰੀ ਕਰਦੇ ਸਨ, ਕਿਵੇਂ ਪਰਮੇਸ਼ਰ ਨੇ ਨਿਵਾਜਿਆ। ਤੇ ਪਰਮੇਸ਼ਰ ਆਪ ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜ ਦੀ ਚਾਕਰੀ ਕਰਨ ਲਈ ਗਏ ਸਨ। ਸੋ ਕਹਿਣ ਦਾ ਭਾਵ ਹੈ ਕਿ ਜਿਹੜੇ ਪਰਮੇਸ਼ਰ ਦੇ ਲੜ ਲੱਗਦੇ ਨੇ, ਮਾਲਕ ਉੱਤੇ ਭਰੋਸਾ ਰੱਖਦੇ, ਦਸਾਂ ਨੋਹਾਂ ਦੀ ਕਿਰਤ ਕਰਦੇ ਨੇ। ਸਿੱਖ ਮੇਲਾ ਨਹੀਂ ਹੈ, ਵਿਹਲੜ ਨਹੀਂ ਹੈ। ਸਿੱਖ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ, ਕਿਰਤ ਕਰਦਿਆਂ ਹੋਇਆਂ ਮਾਲਕ ਉੱਤੇ ਵਿਸ਼ਵਾਸ ਰੱਖਦਾ, ਮਾਲਕ ਨੂੰ ਚੇਤੇ ਕਰਦਾ ਹੈ ਤੇ ਇਹ ਸੋਚਦਾ ਕਿ ਮੇਰੇ ਮਾਲਕ ਨੇ, ਮੈਂ ਮਿਹਨਤ ਕੀਤੀ ਹੈ, ਮੇਰਾ ਮਾਲਕ ਮੈਨੂੰ ਫਲ ਜ਼ਰੂਰ ਦੇਵੇਗਾ। ਤੇ ਪਰਮੇਸ਼ਰ ਫਲ ਦਿੰਦਾ ਵੀ ਹੈ। ਜਿਹੜੇ ਬਾਣੀ ਨਾਲ ਜੁੜਦੇ ਨੇ, ਫਿਰ ਸਤਿਗੁਰ ਜੀ ਉਹਨਾਂ ਦੇ ਜਿਵੇਂ ਪ੍ਰਤੱਖ ਤੌਰ 'ਤੇ ਉਹ ਸਿੱਖ ਦੇ ਘੋੜੇ ਚੋਰੀ ਹੋਣੇ ਖਤਮ ਹੋ ਗਏ। ਜਦੋਂ ਆਪਾਂ ਬਾਣੀ ਨਾਲ ਜੁੜਾਂਗੇ ਨਾ, ਆਪਾਂ ਸਿਮਰਨ ਕਰਾਂਗੇ, ਜਿਹੜਾ ਸਾਡਾ ਮਨ ਰੂਪੀ ਘੋੜਾ ਬਾਹਰ ਨੂੰ ਦੌੜਿਆ ਭੱਜਿਆ ਫਿਰਦਾ ਨਾ, ਬਾਹਰ ਨੂੰ ਤੋਂ ਦੌੜਿਆ ਭੱਜਿਆ, ਦਸਾਂ ਦਿਸ਼ਾਵਾਂ ਦੌੜਿਆ ਭੱਜਿਆ ਫਿਰਦਾ ਹੈ, ਜਿਵੇਂ ਉਹ ਘੋੜਿਆਂ ਦੇ ਤਵੇਲੇ ਅੱਗੇ ਲੋਹ ਘੁੱਟ ਲੱਗਿਆ ਤੇ ਸਤਿਗੁਰੂ ਜੀ ਨੇ ਮਨ ਰੂਪੀ ਘੋੜੇ ਨੂੰ ਕਾਬੂ ਕਰਨ ਲਈ ਗੁਰਬਾਣੀ ਦੇ ਰਾਹੀਂ ਚਾਰੇ ਪਾਸੇ ਲੋਹ ਘੁੱਟ ਰੂਪੀ ਇਹ ਕਿਲ੍ਹਾ ਬਣਾ ਦੇਣਾ, ਤਾਂ ਕਿ ਜਿਹੜਾ ਮਨ ਰੂਪੀ ਘੋੜਾ ਬਾਹਰ ਨਿਕਲ ਨਾ ਸਕੇ। ਮਨ ਨੂੰ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਉਹ ਹੈ ਸਤਿਗੁਰ ਦੀ ਬਾਣੀ। ਜਿੰਨੀ ਆਪਾਂ ਬਾਣੀ ਪੜ੍ਹਾਂਗੇ, ਬਾਣੀ ਸੁਣਾਂਗੇ, ਸਿਮਰਨ ਕਰਾਂਗੇ ਤੇ ਉਨਾ ਹੀ ਗੁਰੂ ਸਰ ਸਾਡਾ ਮਨ ਕੇਂਦਰਿਤ ਹੋਵੇਗਾ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਭਾਈ ਸਾਧ ਸੰਗ ਹੈ ਹਰ ਜਸ ਗਾਇਆ। ਕਿ ਇੱਕ ਗੁਰੂ ਕੀ ਸਾਧ ਸੰਗਤ ਹੀ ਹੈ ਜਿੱਥੇ ਸਤ ਸੰਗਤ ਵਿੱਚ ਬੈਠ ਕੇ ਹਰੀ ਦਾ ਜਸ ਗਾਇਆ ਜਾਂਦਾ ਹੈ। ਇਸ ਕਰਕੇ ਹਰੀ ਦਾ ਜਸ ਸਤ ਸੰਗਤ ਵਿੱਚ ਬੈਠ ਕੀਤਾ ਜਾ ਸਕਦਾ ਹੈ। ਜਨਮ ਮਰਨ ਸਭ ਦੁਖ ਨਿਵਾਰੇ, ਜਪ ਹਰ ਹਰ ਭਉ ਨਹੀਂ ਕਾਲ ਕਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ, ਸਤ ਸੰਗਤ ਕਰਨ ਦੇ ਨਾਲ ਜਿਹੜੇ ਜਨਮ ਮਰਨ ਬਾਰ-ਬਾਰ ਜੀਵ ਜੰਮਦਾ ਮਰਦਾ ਹੈ, ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਮੁਸਾਫਰ ਬਣਿਆ ਹੋਇਆ ਜੀਵ, ਕਹਿੰਦੇ ਇਹ ਸਾਰੇ ਦੁੱਖਾਂ ਨੂੰ ਸਤਿਗੁਰੂ ਫਿਰ ਨਿਵਾਰ ਦਿੰਦੇ ਨੇ। ਇਹ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਤੇ ਜਪ ਹਰ ਹਰ ਭਉ ਨਹੀਂ ਕਾਲ ਕਾ। ਇਸ ਕਰਕੇ ਭਾਈ ਹਰੀ ਨੂੰ ਜਪਣਾ ਕਰ, ਵਾਰ ਵਾਰ ਹਰੀ ਹਰੀ, ਵਾਰ ਗਰ ਮੁਖੋਂ ਵਾਹਿਗੁਰੂ 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 ਇਨ ਜਪਣਾ ਕਰ। ਕਹਿੰਦੇ ਜਦੋਂ ਇਸ ਤਰ੍ਹਾਂ ਜਪੇਗਾ ਫਿਰ ਤੈਨੂੰ ਕਾਲ ਦਾ ਤੈਨੂੰ ਭਉ ਨਹੀਂ, ਡਰ ਨਹੀਂ ਰਹੇਗਾ। ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ, ਇੱਕ ਹੁੰਦਾ ਭਉ, ਇੱਕ ਹੁੰਦਾ ਭਾਵ। ਦੋਨਾਂ ਦੇ ਅਰਥਾਂ ਵਿੱਚ ਫਰਕ ਹੈ। ਜਦੋਂ ਭੱਬਾ ਤੇ ਊੜੇ ਨੂੰ ਔਂਕੜ ਲੱਗ ਗਿਆ, ਇੱਥੇ ਭਉ ਸ਼ਬਦ ਹੈ। ਭਉ ਦਾ ਅਰਥ ਹੈ ਡਰ। ਜਦੋਂ ਭੱਬੇ ਨੂੰ ਕੰਨਾ ਤੇ ਊੜੇ ਨੂੰ ਔਂਕੜ ਲੱਗ ਗਿਆ, ਫਿਰ ਬਣ ਗਿਆ ਭਾਉ ਸ਼ਬਦ। ਤੇ ਜਦੋਂ ਭਾਉ ਸ਼ਬਦ ਆ ਗਿਆ, ਉੱਥੇ ਸਤਿਗੁਰੂ ਜੀ ਨੇ ਭਾਉ ਪ੍ਰੇਮ ਦੀ ਗੱਲ ਕੀਤੀ ਹੈ। ਭਾਉ ਪ੍ਰੇਮ, ਭਉ ਡਰ। ਇੱਥੇ ਸਤਿਗੁਰੂ ਡਰ ਦੀ ਗੱਲ ਕਰ ਰਹੇ ਨੇ। ਕਹਿੰਦੇ ਜਿਹੜੇ ਸਿਮਰਨ ਕਰਦੇ ਹਨ, ਬੰਦਗੀ ਕਰਦੇ ਹਨ, ਕਹਿੰਦੇ ਉਹਨਾਂ ਨੂੰ ਪਰ ਕਿਸੇ ਪ੍ਰਕਾਰ ਦਾ ਭਉ ਨਹੀਂ ਲੱਗਦਾ, ਡਰ ਨਹੀਂ ਲੱਗਦਾ। ਉਹ ਡਰ ਤੋਂ ਰਹਿਤ ਹੋ ਜਾਂਦੇ ਨੇ, ਕਿਉਂਕਿ ਉਸ ਜਿਹੜਾ ਜਿਹਨੂੰ ਕਿਸੇ ਦਾ ਪਰਮਾਤਮਾ ਆਪ ਭੈ ਤੋਂ ਰਹਿਤ ਹੈ, ਉਹ ਨਿਰਭਉ ਹੈ। ਜਿਹੜਾ ਆਪ ਨਿਰਭਉ ਦੇ ਲੜ ਲੱਗੀ ਹੈ ਤੇ ਨਿਰਭਉ ਲੜ ਲੱਗਣ ਦੇ ਨਾਲ ਤੇ ਜਿਹੜਾ ਉਹਨੂੰ ਜੇਤੇ ਕਰਨ ਵਾਲਾ ਹੈ, ਉਹ ਵੀ ਡਰ ਤੋਂ ਰਹਿਤ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬਾਨ ਜੀ ਬਚਨ ਕਰਦੇ ਹਨ। ਅਗਲੀ ਪੰਕਤੀ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸਮਰੱਥ ਅਕਥ ਅਗੋਚਰ ਦੇਵਾ, ਜੀ ਜੰਤ ਸਭ ਤਾ ਕੀ ਸੇਵਾ। ਸਤਿਗੁਰੂ ਜੀ ਨੂੰ ਪੁੱਛਿਆ ਕਿ ਪਰਮੇਸ਼ਰ ਕਿਹੋ ਜਿਹਾ, ਪਰਮੇਸ਼ਰ ਦਾ ਸਰੂਪ ਬਿਆਨ ਕਰੋ। ਤੇ ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ, ਕਹਿੰਦੇ ਉਹ ਪਰਮੇਸ਼ਰ ਸਮਰੱਥ ਹੈ।
ਸਮਰੱਥ ਸਰਬ ਸ਼ਕਤੀਮਾਨ, ਉਹਦੀ ਬਰੋਬਰਤਾ ਨਹੀਂ ਕਰ ਸਕਦਾ। ਦੂਜਾ ਬਚਨ ਕੀਤਾ ਅਕਥ, ਜਿਹੜਾ ਅਕਥ ਹੋਵੇ ਨਾ ਉਹਨੂੰ ਕਥਿਆ ਨਹੀਂ ਜਾ ਸਕਦਾ ਹੈ। ਦੇਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਡੇ ਗੁਰੂ ਸਾਹਿਬਾਨ ਜੀ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਸਨ। ਸਤਿਗੁਰਾਂ ਨੇ ਆਪਣੀ ਬਾਣੀ ਦੇ ਰਾਹੀਂ ਪਰਮੇਸ਼ਰ ਦਾ ਜਸ ਕੀਤਾ, ਵਡਿਆਈ ਕੀਤੀ, ਤੇ ਫਿਰ ਵੀ ਸਤਿਗੁਰੂ ਜੀ ਨੇ ਅਖੀਰ ਤੇ ਹੀ ਬਚਨ ਕਰ ਦਿੱਤੇ। ਕਹਿੰਦੇ ਨੇ ਪਰਮਾਤਮਾ ਤੇਰਾ ਕੋਈ ਹੱਦ ਨਹੀਂ ਪਾ ਸਕਦਾ। ਜਪਜੀ ਸਾਹਿਬ ਦੀ ਪਾਵਨ ਬਾਣੀ 'ਚ ਪਾਤਸ਼ਾਹ ਕਹਿੰਦੇ ਨੇ ਕਿ ਕੁਦਰਤ ਕਵਣ ਕਹਾ ਵਿਚਾਰ, ਬਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਦੋਂ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਲਿਖਣਾ ਕੀਤੀ, ਪੰਜਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਲਿਖਾਰੀ ਲਾ ਕੇ ਜਦੋਂ ਸਮਾਪਤੀ ਕੀਤੀ ਹੈ, ਸਮਾਪਤੀ ਕਰਨ ਵੇਲੇ ਪਾਤਸ਼ਾਹ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਐਡਾ ਵੱਡਾ ਕਾਰਜ ਕਰ ਦਿੱਤਾ। ਸਾਰੇ ਭਗਤ ਸਹਿਬਾਨਾਂ ਨੂੰ, ਭੱਟ ਸਹਿਬਾਨਾਂ ਨੂੰ, ਨੀਵੀਂ ਜਾਤ ਵਾਲਾ ਉੱਚੀ ਜਾਤ ਵਾਲਿਆਂ ਨੂੰ ਇੱਕ ਥਾਂ 'ਤੇ ਬਿਠਾ ਦਿੱਤਾ, ਪਰ ਆਪਣਾ ਆਪ ਨਹੀਂ ਜਨਣਾ ਕੀਤਾ, ਤੇ ਪਰਮੇਸ਼ਰ ਦੇ ਸਨਮੁਖ ਹੋ ਕੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਪ੍ਰਮਾਤਮਾ ਮੈਂ ਤਾਂ ਨਿਰਗੁਣ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਮਨੁੱਖ ਦੇ ਕੋਲ 10 ਗੁਣ ਹੋਣ ਨਾ, ਇੱਕ ਮਨੁੱਖ ਦੇ ਕੋਲ, ਤੇ ਮਨੁੱਖ ਨੂੰ ਫਿਰ ਆਪਣੇ ਗੁਣਾਂ ਦਾ ਮਾਣ ਹੁੰਦਾ ਕਿ ਮੈਂ ਵੱਡਾ ਹਾਂ, ਕਿ ਮੈਂ ਵੱਡਾ ਹਾਂ। ਪਰ ਪਰਮੇਸ਼ਰ ਕੋਲ ਹਜ਼ਾਰਾਂ ਗੁਣ ਨੇ, ਤੇ ਪਰਮੇਸ਼ਰ ਵਾਹਿਗੁਰੂ ਨੂੰ ਮਾਣ ਬਿਲਕੁਲ ਮਾਣ ਨਹੀਂ ਹੈ। ਗੁਰੂ ਸਾਹਿਬਾਨ ਨੇ ਐਡਾ ਵੱਡਾ ਗ੍ਰੰਥ ਰਚ ਦਿੱਤਾ, ਬਾਹੋ ਪੋਥੀ ਪਰਮੇਸ਼ਰ ਕੇ ਥਾਨਾ ਨਿਵਾਜ ਦਿੱਤਾ, ਤੇ ਸਤਿਗੁਰੂ ਕਹਿੰਦੇ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਏ। ਕਿੰਨੀ ਨਿਮਰਤਾ ਹੈ। ਸਿਖਾਇਆ ਪਾਤਸ਼ਾਹ ਨੇ ਕਿ ਸਿੱਖਾ ਤੇਰੇ ਵਿੱਚ ਹਜ਼ਾਰਾਂ ਲੱਖਾਂ ਗੁਣ ਕਿਉਂ ਨਾ ਪੈਦਾ ਹੋ ਜਾਣ, ਤੇ ਕਦੇ ਵੀ ਆਪਣਾ ਆਪ ਨਹੀਂ ਜਨਾਣਾ, ਤੇ ਪਰਮੇਸ਼ਰ ਦਾ ਧੰਨਵਾਦ ਹੀ ਕਰਨਾ, ਸ਼ੁਕਰ ਕਰਨਾ ਹੈ। ਜੇ ਪਰਮਾਤਮਾ ਗੁਣਵਾਨ ਬਣਾ ਸਕਦਾ ਨਾ, ਪਰਮਾਤਮਾ ਨੇ ਗੁਣ ਬਖਸ਼ਿਸ਼ ਕੀਤੇ ਨੇ, ਗੁਣ ਮਨ ਤੈਨੂੰ ਬਣਾ ਦਿੱਤਾ। ਜੇ ਤੂੰ ਹੰਕਾਰ ਕਰੇਗਾ ਨਾ, ਤੇ ਪਰਮਾਤਮਾ ਤੈਨੂੰ ਔਗਣ ਨਾਲ ਭਰਿਆ ਹੋਇਆ ਬਣਾ ਸਕਦਾ ਹੈ। ਇਸ ਕਰਕੇ ਕਦੇ ਵੀ ਮਾਣ ਨਹੀਂ ਕਰਨਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਉਸ ਮਾਲਕ ਦੇ ਅੱਗੇ ਤਾਂ ਬੇਨਤੀਆਂ ਕਰਨੀਆਂ ਨੇ ਕਿ ਪਰਮਾਤਮਾ ਤੂੰ ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਤੂੰ ਅਕਥ ਹੈ, ਕਥਿਆ ਨਹੀਂ ਜਾ ਸਕਦਾ, ਅਗੋਚਰ। ਅਗੋਚਰ ਗਿਆਨ ਇੰਦਰੀ ਤੇ ਕਰਮ ਇੰਦਰੀਆਂ ਤੋਂ ਪਰੇ ਹੈ, ਛੁਪਿਆ ਹੋਇਆ ਹੈ। ਤੇ ਦੇਵਾ ਦਾ ਅਰਥ ਹੈ ਤੂੰ ਦੇਵਤਿਆਂ ਦਾ ਵੱਡਾ ਦੇਵਤਾ ਹੈ। ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਐਡਾ ਵੱਡਾ ਉਹ ਪਰਮੇਸ਼ਰ ਦਾਤਾ ਹੈ, ਜੀ ਜੰਤ ਸਭ ਤਾਂ ਕੀ ਸੇਵਾ। ਜਿੰਨੇ ਵੀ ਜੀਵ ਹਨ, ਜੰਤੂ ਹਨ, 84 ਲੱਖ ਜੂਨਾਂ ਨੇ, ਚਾਹੇ ਉਹ ਜਲ ਵਿੱਚ ਰਹਿਣ ਵਾਲੇ, ਚਾਹੇ ਧਰਤੀ ਉੱਤੇ ਰਹਿਣ ਵਾਲੇ ਨੇ, ਉਹ ਸਾਰੇ ਹੀ ਉਸ ਮਾਲਕ ਦੀ ਹੀ ਸੇਵਾ ਕਰਦੇ ਨੇ, ਮਾਲਕ ਨੂੰ ਚੇਤੇ ਕਰਦੇ ਹਨ। ਅੰਡਜ ਚੇਰਜ ਸੇਤਜ ਉਤਪੁਜ, ਬਹੁ ਪਰਕਾਰੀ ਪਾਲਕਾ। ਗੁਰੂ ਪਾਤਸ਼ਾਹ ਜੀ ਨੇ, ਪਰਮੇਸ਼ਰ ਨੇ 4 ਖਾਣੀਆਂ ਦੇ ਰੂਪ ਦੇ ਵਿੱਚ ਸੰਸਾਰ ਨੂੰ ਪੈਦਾ ਕੀਤਾ, ਜੀਵ ਜੰਤੂ ਬਣਾਏ ਨੇ। ਅੰਡਿਆਂ ਤੋਂ ਪੈਦਾ ਹੋਣ ਵਾਲੇ ਪੰਛੀ ਇਤਿਆਦਿਕ,
ਜੀਰਜ ਤੋਂ ਪੈਦਾ ਹੋਣ ਵਾਲੇ ਮਨੁੱਖ, ਜੰਗਲੀ ਜਾਨਵਰ ਇਤਿਆਦਿਕ, ਇਹ ਜੀਰਜ ਤੋਂ ਪੈਦਾ ਹੋਣ ਵਾਲੇ। ਸੇਤਜ, ਪਸੀਨੇ ਤੋਂ ਪੈਦਾ ਹੋਣ ਵਾਲੇ। ਜਿਵੇਂ ਮਨੁੱਖ ਇਸ਼ਨਾਨ ਨਾ ਕਰੇ ਨਾ, ਸਰੀਰ ਦੀ ਸਫਾਈ ਨਾ ਕਰੇ, ਕੇਸ਼ੀ ਇਸ਼ਨਾਨ ਨਾ ਕਰੇ, ਅਤੇ ਜੂਆਂ ਇਤਿਆਦਿਕ ਸਰੀਰ 'ਚੋਂ ਪੈਦਾ ਹੋ ਜਾਣੀ ਆ ਬਦਬੂ ਦੇ ਨਾਲ ਹੀ। ਅਤੇ ਇਹੋ ਜਿਹਾ ਉਤਭੁਜ ਕਈ ਜੀਵ ਜੰਤੂ ਇਸ ਤਰ੍ਹਾਂ ਦੇ ਪੈਦਾ ਹੁੰਦੇ ਨੇ, ਜਾਂ ਕਿਰਮ ਜੰਤ, ਜਿਹੜੇ ਥੋੜ੍ਹੇ ਸਮੇਂ ਲਈ ਪੈਦਾ ਹੁੰਦੇ ਅਤੇ ਉਸੇ ਸਮੇਂ ਖਤਮ ਹੋ ਜਾਂਦੇ ਨੇ। ਅਤੇ ਕਹਿੰਦੇ ਇਹ ਜਿੰਨੇ ਵੀ ਹਨ ਚਾਰ ਖਾਣੀਆਂ ਦੇ ਰੂਪ ਵਿੱਚ, ਕਹਿੰਦੇ ਸਾਰਿਆਂ ਦੀ ਹਰੇਕ ਪ੍ਰਕਾਰ ਦੀ ਪਾਲਣਾ ਪੋਸ਼ਣਾ ਵਾਹਿਗੁਰੂ ਪਰਮਾਤਮਾ ਕਰ ਰਿਹਾ ਹੈ। ਹਰ ਇੱਕ ਨੂੰ ਰੋਜੀ ਰੋਟੀ ਦੇ ਰਿਹਾ। ਜਿਹੋ ਜਿਹੀ ਕਿਸੇ ਦੀ ਖੁਰਾਕ ਹੈ, ਮਾਸਾਹਾਰੀ ਹੈ ਉਹਨੂੰ ਮਾਸ ਖਾਣ ਲਈ ਦੇ ਰਿਹਾ, ਜਿਹੜਾ ਸ਼ਾਕਾਹਾਰੀ ਨੂੰ ਸ਼ਾਕ। ਇਸ ਤਰ੍ਹਾਂ ਇਹ ਸਾਦਾ ਭੋਜਨ ਪਰਮਾਤਮਾ ਛਕਣ ਲਈ ਦੇ ਰਿਹਾ ਹੈ। ਇੱਕ ਬੇਨਤੀ ਹੋਰ, ਮਾਸਾਹਾਰੀ ਅਤੇ ਸ਼ਾਕਾਹਾਰੀ ਆਮ ਮਨੁੱਖ ਨੂੰ ਪਰਮਾਤਮਾ ਨੇ 36 ਪ੍ਰਕਾਰ ਦੇ ਪਕਵਾਨ ਦੇਣਾ ਕੀਤੇ ਨੇ। ਆਪਾਂ ਦੇਖੀਏ ਆਪਣੇ ਜਿਹੜੇ ਜੰਗਲੀ ਜਾਨਵਰ, ਸ਼ੇਰ ਹੋ ਗਿਆ, ਬਘਿਆੜ ਹੋ ਗਿਆ, ਜਾਂ ਹੋਰ ਜੰਗਲੀ ਕੁੱਤਾ ਹੋ ਗਿਆ, ਇਹਨਾਂ ਦੇ ਆਪਾਂ ਦੰਦ ਦੇਖਦੇ, ਦੰਦ ਬੜੇ ਤਿੱਖੇ ਹੁੰਦੇ ਨੇ। ਪਰਮਾਤਮਾ ਨੇ ਉਸ ਤਰੀਕੇ ਨਾਲ ਦੰਦ ਲਾਏ ਹੋਏ ਨੇ ਕਿਉਂਕਿ ਇਹਨਾਂ ਨੇ ਮਾਸ ਖਾਣਾ, ਹੱਡੀਆਂ ਤੋਂ ਮਾਸ ਨੋਚ ਖਾਣਾ ਹੈ। ਅਤੇ ਮਨੁੱਖ ਦੇ ਜਿਹੜੇ ਦੰਦ ਨੇ ਇਹ ਚਪਟੇ ਨੇ। ਆਪਣੇ ਦੰਦ ਆਪਾਂ ਦੇਖਣਾ ਕਰੀਏ ਨਾ, ਸਾਡੇ ਦੰਦ ਚਪਟੇ ਨੇ। ਪਤਾ ਹੈ ਪਰਮੇਸ਼ਰ ਨੂੰ ਕਿ ਇਹਨਾਂ ਦੰਦਾਂ ਦੇ ਰਾਹੀਂ ਇਹ ਆਮ ਖੁਰਾਕ ਭੋਜਨ ਜਿਹੜਾ ਹੈ ਸ਼ਾਕਾਹਾਰੀ ਭੋਜਨ ਛਕ ਸਕਦਾ ਹੈ। ਪਰ ਮਨੁੱਖ ਜਾਣ ਬੁੱਝ ਕੇ ਜੀਵ ਹੱਤਿਆ ਕਰਕੇ, ਮਸਾਲੇ ਪਾ ਕੇ, ਅਤੇ ਗੁਰੂ ਸਾਹਿਬ ਮਾਸਾਹਾਰੀ ਬਣਦਾ ਫਿਰਦਾ ਹੈ। ਜੇ ਖਾਣ ਨੂੰ ਕੁਝ ਨਾ ਮਿਲੇ ਫਿਰ ਤਾਂ ਮੰਨਿਆ, ਜੇ ਸਾਨੂੰ ਸਭ ਕੁਝ ਖਾਣ ਲਈ ਸਾਰੇ ਪ੍ਰੋਟੀਨ ਮਿਲ ਰਹੇ ਨੇ, ਫਿਰ ਵੀ ਜਾਣ ਬੁੱਝ ਕੇ ਮਨੁੱਖ ਇਹ ਗਲਤੀਆਂ ਕਰਦਾ ਫਿਰਦਾ ਹੈ। ਅਤੇ ਸਤਿਗੁਰੂ ਕਹਿੰਦੇ ਨੇ ਉਹ ਹਰੇਕ ਪ੍ਰਕਾਰ, ਕਹਿੰਦੇ ਉਹ ਪਰਮਾਤਮਾ ਹੀ ਚਾਰੇ ਖਾਣੀ ਦੇ ਜੀਵ ਜੰਤੂਆਂ ਦੀ ਉਹ ਪਾਲਣਾ ਕਰਦਾ ਹੈ ਹਰੇਕ ਪ੍ਰਕਾਰ। ਇਸ ਤਰ੍ਹਾਂ ਗੁਰੂ ਸਵਾਰਿਓ ਹਰ ਸਮੇਂ ਸਤਿਗੁਰੂ ਜੀ ਮਾਤਾ ਦੇ ਉਦਰ ਤੋਂ ਲੈ ਕੇ ਅੰਤਮ ਸਮੇਂ ਤੱਕ ਪਰਮਾਤਮਾ ਪਾਲਣਾ ਕਰਦਾ ਹੈ। ਇਹ ਗੁਰੂ ਸਾਹਿਬਾਨ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੁਣ